किताब विपरन की रीत तो सच दा मार्ग भाग चौथा। लेखक सरदार गुरबख्श सिंह काला अफगाना। तीजे कांड दा चौथा भाग अनोखे वैद दा नियारा इलाज ढंग। आवाज़ गुरजंट सिंह रूपवाली। वाहिगुरू जी का खालसा वाहिगुरू जी की फतेह। धुरों आए कामल ਅਤੇ ਮਿੱਠ ਬੋਲੜੇ ਵੈਦ ਦਾ ਇਲਾਜ ਕਰਨ ਦਾ ਇੱਕ ਹੋਰ ਅਨੋਖਾ ਢੰਗ। ਮਰੀਜ਼ਾਂ ਦੀ ਅਥਾਹ ਭੀੜ ਵਿੱਚ ਆਪ ਵੀ ਮਰੀਜ਼ ਬਣੇ ਹੋਏ ਮਰੀਜ਼ਾਂ ਨੂੰ ਸਦੀਵੀ ਤੰਦਰੁਸਤੀ ਵਾਲੀ ਜ਼ਿੰਦਗੀ ਦੇ ਰਹੇ ਹਨ। ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ, ਧਾਨ ਕਰੂਪ ਰਹਾਂ ਕਰਤਾਰ। ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ, हों बिगड़े रूप रहाँ बिकराल। तेरा एक नाम तारे संसार, मैं इहा आस इहो आधार रहाओ। मुख निंदा आखां दिन रात, पर घर जो ही नीच सनात। काम क्रोध तन वसै चंडाल, धान करूप रहाँ करतार। फाही सुरत मालूकी वेस, हों ठुगवाड़ा ठगी देस। खरा सियाणा बहुता भार, धान करूप रहाँ करतार। मैं कीता ना जाता हराम खोर, हों क्या मूँह देसां दुष्ट चोर। नानक नीच कहे विचार, धान करूप रहाँ करतार। पन्ना 24। अर्थ हे करतार, मैं धानकां वाले रूप ਵਿੱਚ ਰਹਿੰਦਾ ਹਾਂ। ਮੇਰੇ ਨਾਲ ਇੱਕ ਕੁੱਤਾ ਲੋਭ ਹੈ, ਦੋ ਕੁੱਤੀਆਂ ਆਸਾ ਤ੍ਰਿਸ਼ਨਾ ਹਨ। ਮੇਰੇ ਹੱਥ ਵਿੱਚ ਝੂਠ ਛੁਰਾ ਹੈ। ਮੈਂ ਮਾਇਆ ਵਿੱਚ ਠੱਗਿਆ ਜਾ ਰਿਹਾ ਹਾਂ ਤੇ ਪਰਾਇਆ ਹੱਕ ਮੁਰਦਾਰ ਖਾਂਦਾ ਹਾਂ। ਹੇ ਪ੍ਰਭੂ, ਨਾ ਮੈਂ ਤੇਰੀ ਨਸੀਹਤ 'ਤੇ ਤੁਰਦਾ ਹਾਂ, ਨਾ ਮੇਰੀ ਕਰਨੀ ਚੰਗੀ। ਮੈਂ ਸਦਾ ਡਰਾਉਣੇ ਵਿਗੜੇ ਰੂਪ ਵਾਲਾ ਬਣਿਆ ਰਹਿੰਦਾ ਹਾਂ। ਮੈਨੂੰ ਇਹੀ ਆਸ ਹੈ, ਇਹੋ ਆਸਰਾ ਹੈ ਕਿ ਤੇਰਾ ਜਿਹੜਾ ਨਾਮ ਸਾਰੇ ਸੰਸਾਰ ਨੂੰ ਪਾਰ ਲੰਘਾਉਂਦਾ ਹੈ, ਉਹ ਮੈਨੂੰ ਵੀ ਪਾਰ ਲੰਘਾ ਲਵੇਗਾ। ਰਹਾਉ। ਮੈਂ ਦਿਨ ਰਾਤ ਮੂੰਹੋਂ ਦੂਜਿਆਂ ਦੀ ਨਿੰਦਾ ਕਰਦਾ ਰਹਿੰਦਾ ਹਾਂ। ਮੈਂ ਨੀਚ ਤੇ ਨੀਵੇਂ ਅਸਲੇ ਵਾਲਾ ਹੋ ਗਿਆ ਹਾਂ, ਪਰਾਇਆ ਘਰ ਤੱਕਦਾ ਹਾਂ। ਮੇਰੇ ਸਰੀਰ ਵਿੱਚ ਕਾਮ ਤੇ ਕ੍ਰੋਧ ਚੰਡਾਲ ਵਸ ਰਹੇ ਹਨ। ਹੇ ਕਰਤਾਰ, ਮੈਂ ਧਾਨਕਾਂ ਵਾਲੇ ਰੂਪ ਵਿੱਚ ਤੁਰਿਆ ਫਿਰਦਾ ਹਾਂ। ਮੇਰਾ ਧਿਆਨ ਇਸ ਪਾਸੇ ਰਹਿੰਦਾ ਹੈ ਕਿ ਲੋਕਾਂ ਨੂੰ ਕਿਸੇ ਠੱਗੀ ਵਿੱਚ ਫਸਾ ਲਵਾਂ, ਪਰ ਮੈਂ ਫਕੀਰਾਂ ਵਾਲਾ ਲਿਬਾਸ ਪਾਇਆ ਹੋਇਆ ਹੈ। ਮੈਂ ਠੱਗੀ ਦਾ ਅੱਡਾ ਬਣਿਆ ਫਿਰਦਾ ਹਾਂ, ਦੇਸ਼ ਨੂੰ ਠੱਗ ਰਿਹਾ ਹਾਂ। ਜਿਉਂ-ਜਿਉਂ ਮੈਂ ਬਹੁਤ ਸਿਆਣਾ ਬਣਦਾ ਹਾਂ, ਪਾਪਾਂ ਦਾ ਹੋਰ ਭਾਰ ਆਪਣੇ ਸਿਰ ਉੱਤੇ ਚੁੱਕਦਾ ਜਾਂਦਾ ਹਾਂ। ਹੇ ਕਰਤਾਰ, ਮੈਂ ਧਾਨਕ ਦਾ ਰੂਪ ਧਾਰੀ ਫਿਰਦਾ ਹਾਂ। ਹੇ ਦਾਤਾਰ, ਮੈਂ ਤੇਰੀਆਂ ਦਾਤਾਂ ਦੀ ਕਦਰ ਨਹੀਂ ਪਛਾਣੀ। ਮੈਂ ਪਰਾਇਆ ਹੱਕ ਖਾਂਦਾ ਹਾਂ। ਮੈਂ ਵਿਕਾਰੀ ਹਾਂ, ਮੈਂ ਚੋਰ ਹਾਂ। ਤੇਰੇ ਸਾਹਮਣੇ ਮੈਂ ਕਿਸ ਮੂੰਹ ਨਾਲ ਹਾਜ਼ਰ ਹੋਵਾਂਗਾ। ਮੰਦ ਕਰਮੀ ਨਾਨਕ ਇਹੀ ਗੱਲ ਆਖਦਾ ਹੈ ਕਿ ਹੇ ਕਰਤਾਰ, ਮੈਂ ਤਾਂ ਧਾਨਕ ਰੂਪ ਵਿੱਚ ਜੀਵਨ ਬਤੀਤ ਕਰ ਰਿਹਾ ਹਾਂ। ਕਤ ਕੀ ਮਾਈ ਬਾਪ ਕਤ ਕੇਰਾ, ਕਿੱਦੂ ਥਾਉ ਹਮ ਆਏ। ਅਗਨ ਬਿੰਬ ਜਲ ਭੀਤਰ ਨਿਪਜੇ, ਕਾਹੇ ਕੰਮ ਉਪਾਏ। ਮੇਰੇ ਸਾਹਿਬਾ, ਕੌਣ ਜਾਣੇ ਗੁਣ ਤੇਰੇ, ਕਹੇ ਨਾ ਜਾਨੀ ਔਗੁਣ ਮੇਰੇ ਰਹਾਓ। ਕੇਤੇ ਰੁਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ। ਕੇਤੇ ਨਾਗ ਕੁੱਲੀ ਮੈਂ ਆਏ, ਕੇਤੇ ਪੰਖ ਉਡਾਏ। ਹੱਟ ਪਟਣ ਬਿਜ ਮੰਦਰ ਭੰਨੈ, ਕਰ ਚੋਰੀ ਘਰ ਆਵੈ। ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛਪਾਵੈ। ਤਟ ਤੀਰਥ ਹਮ ਨਵਖੰਡ ਦੇਖੇ, ਹੱਟ ਪਟਣ ਬਾਜ਼ਾਰਾ। ਲੈ ਕੇ ਤੱਕੜੀ ਤੋਲਣ ਲਾਗਾ, ਘੱਟ ਹੀ ਮਹਿ ਵਣਜਾਰਾ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਪੰਨਾ 156। ਅਰਥ ਹੇ ਮੇਰੇ ਮਾਲਕ ਪ੍ਰਭੂ, ਮੇਰੇ ਅੰਦਰ ਇਤਨੇ ਔਗਣ ਹਨ ਕਿ ਉਹ ਗਿਣੇ ਨਹੀਂ ਜਾ ਸਕਦੇ, ਤੇ ਜਿਸ ਜੀਵ ਦੇ ਅੰਦਰ ਅਣਗਿਣਤ ਔਗਣ ਹੋਣ, ਉਹ ਐਸਾ ਕੋਈ ਵੀ ਨਹੀਂ ਹੁੰਦਾ ਜੋ ਤੇਰੇ ਗੁਣਾਂ ਨਾਲ ਡੂੰਘੀ ਸਾਂਝ ਪਾ ਸਕੇ, ਜੋ ਤੇਰੀ ਸਿਫਤ ਸਲਾਹ ਵਿੱਚ ਜੁੜ ਸਕੇ। ਰਹਾਓ। ਸਤਿਗੁਰਾਂ ਨੇ ਮਨੁੱਖ ਦੇ ਆਪਣੇ ਅੰਦਰ ਦੇ ਔਗਣਾਂ ਵੱਲ ਝਾਤੀ ਮਰਵਾ ਕੇ ਸਮਝਾਇਆ ਹੈ
ਕਿ ਅਜਿਹੇ ਐਬਾਂ ਵਾਲਾ ਮਨੁੱਖ ਪ੍ਰਭੂ ਦੀ ਨੇੜਤਾ ਦਾ ਆਨੰਦ ਕਦੇ ਨਹੀਂ ਮਾਣ ਸਕਦਾ। ਰਹਾਓ। ਇਸ ਤੁਕ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸ਼ਬਦ ਵਿੱਚ ਔਗਣਾਂ ਨੂੰ ਤਿਆਗ ਕੇ ਅੰਦਰੇ ਵਸਦੇ ਪ੍ਰਭੂ ਨਾਲ ਸਾਂਝ ਪਾਉਣ ਦਾ ਉਪਦੇਸ਼ ਹੈ। ਇਹ ਮੇਰੇ ਸਾਹਿਬ, ਅਣਗਿਣਤ ਔਗਣਾਂ ਦੇ ਕਾਰਨ ਹੀ ਸਾਨੂੰ ਅਨੇਕਾਂ ਜੂਨਾਂ ਵਿੱਚ ਭਟਕਣਾ ਪੈਂਦਾ ਹੈ। ਅਸੀਂ ਕੀ ਦਸੀਏ ਕਦੋਂ ਦੀ ਕੋਈ ਸਾਡੀ ਮਾਂ ਹੈ, ਕਦੋਂ ਦਾ ਭਾਵ ਕਿਸ ਜੂਨ ਦਾ ਕੋਈ ਸਾਡਾ ਪਿਓ ਹੈ, ਜਿਸ ਥਾਂ ਤੋਂ ਜੂਨਾਂ ਵਿੱਚੋਂ ਹੋ ਕੇ ਅਸੀਂ ਹੁਣ ਇਸ ਮਨੁੱਖਾ ਦੇ ਜਨਮ ਵਿੱਚ ਆਏ ਹਾਂ। ਇਹਨਾਂ ਔਗਣਾਂ ਦੇ ਕਾਰਨ ਹੀ ਸਾਨੂੰ ਇਹ ਵਿਚਾਰ ਵੀ ਨਹੀਂ ਕਿ ਅਸੀਂ ਕਿਸ ਮਨੋਰਥ ਵਾਸਤੇ ਪਿਤਾ ਦੇ ਵੀਰਜ ਨਾਲ ਮਾਂ ਦੇ ਪੇਟ ਦੀ ਅੱਗ ਵਿੱਚ ਨਿੰਮੇ ਤੇ ਕਾਹਦੇ ਵਾਸਤੇ ਪੈਦਾ ਹੋਏ। ਅਣਗਿਣਤ ਔਗਣਾਂ ਦੇ ਕਾਰਨ ਅਸੀਂ ਅਨੇਕ ਰੁੱਖਾਂ ਦੀਆਂ ਜੂਨਾਂ ਵੇਖੀਆਂ, ਅਨੇਕ ਪਸ਼ੂ ਜੂਨਾਂ ਵਿੱਚ ਅਸੀਂ ਜੰਮੇ, ਅਨੇਕ ਵਾਰੀ ਸੱਪਾਂ ਦੀਆਂ ਕੁੱਲਾਂ ਵਿੱਚ ਅਸੀਂ ਪੈਦਾ ਹੋਏ ਤੇ ਅਨੇਕ ਵਾਰੀ ਪੰਛੀ ਬਣ ਕੇ ਉੱਡਦੇ ਰਹੇ। ਜਨਮ ਜਨਮਾਂਤਰਾਂ ਵਿੱਚ ਕੀਤੇ ਕੁਕਰਮਾਂ ਦੇ ਅਸਰ ਹੇਠ ਹੀ ਮਨੁੱਖ ਸ਼ਹਿਰ ਦੀਆਂ ਹੱਟੀਆਂ ਬੰਨ੍ਹਦਾ ਹੈ, ਪੱਕੇ ਘਰ ਬੰਨ੍ਹਦਾ ਹੈ, ਭਾਵ ਸੰਨ ਲਾਉਂਦਾ ਹੈ। ਚੋਰੀ ਕਰਕੇ ਮੁੜਦਾ ਹੋਇਆ ਅੱਗੇ ਪਿੱਛੇ ਤੱਕਦਾ ਹੈ ਕਿ ਕੋਈ ਆਦਮੀ ਵੇਖ ਨਾ ਲਵੇ। ਪਰ ਮਨੁੱਖ ਇਹ ਨਹੀਂ ਸਮਝਦਾ ਪ੍ਰਭੂ ਕੋਲੋਂ ਕਿਵੇਂ ਲੁਕਾ ਸਕਦਾ ਹੈ। ਇਹਨਾਂ ਕੀਤੇ ਕੁਕਰਮਾਂ ਨੂੰ ਧੋਣ ਲਈ ਅਸੀਂ ਜੀਵ ਸਾਰੀ ਧਰਤੀ ਦੇ ਸਾਰੇ ਤੀਰਥਾਂ ਦੇ ਦਰਸ਼ਨ ਕਰਦੇ ਫਿਰਦੇ ਹਾਂ, ਸਾਰੇ ਸ਼ਹਿਰਾਂ ਦੀ ਹੱਟੀ ਵੇਖਦੇ ਫਿਰਦੇ ਹਾਂ, ਭਾਵ ਭੀਖ ਮੰਗਦੇ ਫਿਰਦੇ ਹਾਂ। ਪਰ ਕੁਕਰਮ ਫਿਰ ਵੀ ਖਲਾਸੀ ਨਹੀਂ ਕਰਦੇ। ਜਦੋਂ ਕੋਈ ਭਾਗਾਂ ਵਾਲਾ ਜੀਵ ਵਣਜਾਰਾ ਤੇਰੀ ਮਿਹਰ ਨਾਲ ਪਰਖ ਵਿਚਾਰ ਕਰਦਾ ਹੈ ਤਾਂ ਉਸ ਨੂੰ ਸਮਝ ਪੈਂਦੀ ਹੈ ਕਿ ਤੂੰ ਤਾਂ ਹਿਰਦੇ ਵਿੱਚ ਹੀ ਵਸਦਾ ਹੈ। ਪਰ ਮੇਰੇ ਸਾਹਿਬਾ, ਜਿਵੇਂ ਅਮਿਣਵੇਂ ਪਾਣੀ ਨਾਲ ਸਮੁੰਦਰ ਭਰਿਆ ਹੋਇਆ ਹੈ, ਤਿਵੇਂ ਹੀ ਸਾਡੇ ਜੀਵਾਂ ਦੇ ਅਣਗਿਣਤ ਔਗਣ ਹਨ, ਜਿਨ੍ਹਾਂ ਨੂੰ ਅਸੀਂ ਧੋ ਸਕਣ ਦੇ ਅਸਮਰੱਥ ਹਾਂ। ਤੂੰ ਹੀ ਮਿਹਰ ਕਰ। ਤੂੰ ਤਾਂ ਡੁੱਬਦੇ ਪੱਥਰ ਦਿਲ ਮਨੁੱਖਾਂ ਨੂੰ ਵੀ ਤਾਰ ਸਕਦਾ ਹੈ। ਪਰ ਮੇਰੇ ਸਾਹਿਬਾ, ਜਿਵੇਂ ਅਣਮਿਣਵੇਂ ਪਾਣੀ ਨਾਲ ਸਮੁੰਦਰ ਭਰਿਆ ਹੋਇਆ ਹੈ, ਤਿਵੇਂ ਹੀ ਸਾਡੇ ਜੀਵਾਂ ਦੇ ਅਣਗਿਣਤ ਔਗਣ ਹਨ, ਜਿਨ੍ਹਾਂ ਨੂੰ ਅਸੀਂ ਧੋ ਸਕਣ ਦੇ ਅਸਮਰੱਥ ਹਾਂ। ਤੂੰ ਹੀ ਮਿਹਰ ਕਰ। ਤੂੰ ਤਾਂ ਡੁੱਬਦੇ ਪੱਥਰ ਦਿਲ ਮਨੁੱਖਾਂ ਨੂੰ ਵੀ ਤਾਰ ਸਕਦਾ ਹੈ। ਹੇ ਮੇਰੇ ਸਾਹਿਬਾ, ਮੇਰੀ ਜਿੰਦ ਅੱਗ ਵਾਂਗ ਤਪ ਰਹੀ ਹੈ। ਮੇਰੇ ਅੰਦਰ ਤ੍ਰਿਸ਼ਨਾ ਦੀ ਛੁਰੀ ਚੱਲ ਰਹੀ ਹੈ। ਗੁਰੂ ਨਾਨਕ ਜੀ ਫਰਮਾਨ ਕਰਦੇ ਹਨ, ਜਿਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਉਸ ਦੇ ਅੰਦਰ ਦਿਨ ਰਾਤ ਹਰ ਵੇਲੇ ਹੀ ਆਤਮਿਕ ਆਨੰਦ ਬਣਿਆ ਰਹਿੰਦਾ ਹੈ। ਕਾਮ ਕ੍ਰੋਧ ਭਰੇ ਹਮ ਅਪਰਾਧੀ, ਕਿਆ ਮੂੰਹ ਲੈ ਬੋਲੈ ਨਾ ਹਮ ਗੁਣ ਨਾ ਸੇਵਾ ਸਾਧੀ। ਡੁੱਬਦੇ ਪਾਥਰ ਮੇਲ ਲਿਓ ਤੁਮ ਆਪੇ, ਸਾਚ ਨਾਮ ਅਬਿਨਾਸ਼ੀ ਹੈ। ਪੰਨਾ 1048। ਅਰਥ, हे ਪ੍ਰਭੂ, ਅਸੀਂ ਭੁੱਲਣਹਾਰ ਜੀਵ ਕਾਮ ਕ੍ਰੋਧ ਦੇ ਚਿੱਕੜ ਨਾਲ ਲਿਬੜੇ ਹੋਏ ਹਾਂ। ਤੇਰੇ ਅੱਗੇ ਬੇਨਤੀ ਕਰਦਿਆਂ ਵੀ ਸ਼ਰਮ ਆਉਂਦੀ ਹੈ। ਨਾ ਸਾਡੇ ਅੰਦਰ ਕੋਈ ਗੁਣ ਹਨ, ਨਾ ਅਸੀਂ ਕੋਈ ਸੇਵਾ ਭਗਤੀ ਹੀ ਕੀਤੀ ਹੈ। ਪਰ ਤੂੰ ਤਾਂ ਸਦਾ ਦਿਆਲ ਹੈ, ਮਿਹਰ ਕਰ। ਤੂੰ ਆਪ ਸਾਨੂੰ ਡੁੱਬ ਰਹੇ ਪੱਥਰਾਂ, ਵਿਕਾਰਾਂ ਵਿੱਚ ਡੁੱਬੇ ਪੱਥਰ ਦਿਲਾਂ ਨੂੰ ਆਪਣੇ ਨਾਮ ਵਿੱਚ ਲਾ ਲੈ। ਤੇਰਾ ਨਾਮ ਸਦਾ ਅਟਲ ਅਤੇ ਨਾਸ ਰਹਿਤ ਹੈ। ਮੇਰੇ ਰਾਮ, ਹਮ ਪਾਪੀ ਸ਼ਰਨ ਪਰੇ ਹਰ ਦੁਆਰ, ਮਤ ਨਿਰਗੁਣ ਹਮ ਮੈਲੇ, ਕਬਹੂ ਆਪਣੀ ਕਿਰਪਾ ਧਾਰ ਰਹਾਓ। ਹਮਰੇ ਔਗਣ ਬਹੁਤ ਬਹੁਤ हैं, ਬਹੁ ਬਾਰ ਬਾਰ ਹਰ ਗਣਤ ਨ ਆਵੈ। ਤੂੰ ਗੁਣਵੰਤਾ ਹਰ ਹਰ ਦਿਆਲ, ਹਰ ਆਪੇ ਬਖਸ਼ ਲਹੈ ਹਰ ਭਾਵੈ। ਹਮ ਅਪਰਾਧੀ ਰਾਖੇ ਗੁਰ ਸੰਗਤੀ, ਉਪਦੇਸ਼ ਦਿਓ ਹਰ ਨਾਮ ਛਡਾਵੈ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੇ तब बिस्म होए जाए। हम जैसे अपराधी अवर कोई राखै, जैसे हम सतगुर राख लिए छड़ाए। तू गुर पिता, तू है गुर माता, तू गुर बंधप मेरा सखा सखाए। जो हमरी बिद होती मेरे सतगुरा, सा बिद तुम हर जानो आपे। हम रुलते फिरते कोई बात न पूछता, गुर सतगुर संग कीरे हम थापे। धन धन गुरु नानक जन केरा, जित मिलिया चूकै सब सोग संतापे। पन्ना 167। अर्थ, हे मेरे राम, मैं पापी तेरी शरण आया हाँ, तेरे दर ते आ डिगा हाँ।
ਕਿ ਸ਼ਾਇਦ ਕਦੇ ਤਾਂ ਕਿਰਪਾ ਧਾਰ ਕੇ ਤੂੰ ਮੈਨੂੰ ਗੁਣਹੀਣ ਨੂੰ ਆਪਣੇ ਚਰਨਾਂ ਵਿੱਚ ਜੋੜ ਲੈ ਰਹਾਓ। ਹੇ ਹਰੀ, ਮੇਰੇ ਵਿੱਚ ਬੇਅੰਤ ਔਗਣ ਹਨ, ਗਿਣੇ ਨਹੀਂ ਜਾ ਸਕਦੇ। ਮੈਂ ਮੁੜ ਔਗਣ ਹੀ ਕਰੀ ਜਾਂਦਾ ਹਾਂ। ਤੂੰ ਗੁਣਾਂ ਦਾ ਮਾਲਕ ਹੈ, ਤੂੰ ਦਇਆ ਦਾ ਘਰ ਹੈ। ਜਦੋਂ ਤੇਰੀ ਰਜ਼ਾ ਹੁੰਦੀ ਤੂੰ ਆਪ ਹੀ ਬਖਸ਼ ਲੈਂਦਾ ਹੈ। ਸਾਡੇ ਵਰਗੇ ਪਾਪੀਆਂ ਨੂੰ ਤੂੰ ਪ੍ਰਭੂ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਵਿੱਚ ਰੱਖਦਾ ਹੈ, ਜੋ ਸਾਨੂੰ ਨਾਮ ਸਿਮਰਨ ਦਾ ਉਪਦੇਸ਼ ਦਿੰਦਾ ਹੈ। ਪ੍ਰਭੂ ਤੇਰਾ ਨਾਮ ਵਿਕਾਰਾਂ ਤੋਂ ਖਲਾਸੀ ਕਰਾ ਦਿੰਦਾ ਹੈ। ਇਹ ਮੇਰੇ ਸਤਿਗੁਰਾ, ਮੈਂ ਤੇਰੇ ਗੁਣ ਕੀ ਦੱਸਾਂ। ਜਦੋਂ ਮੈਂ ਗੁਰੂ ਦੇ ਉਪਦੇਸ਼ ਅਨੁਸਾਰ ਨਾਮ ਸਿਮਰਦਾ ਹਾਂ ਤਾਂ ਮੇਰੀ ਅਚਰਜ ਆਤਮਿਕ ਹਾਲਤ ਬਣ ਜਾਂਦੀ ਹੈ। ਸਾਡੇ ਵਰਗੇ ਪਾਪੀਆਂ ਨੂੰ ਸਤਿਗੁਰੂ ਨੇ ਰੱਖ ਲਿਆ, ਵਿਕਾਰਾਂ ਦੇ ਪੰਜੇ ਤੋਂ ਛੁਡਾ ਲਿਆ ਹੈ। ਹੋਰ ਕੌਣ ਇਸ ਤਰ੍ਹਾਂ ਰੱਖ ਸਕਦਾ ਹੈ? ਹੇ ਹਰੀ, ਤੂੰ ਮੇਰਾ ਗੁਰੂ ਹੈ, ਤੂੰ ਮੇਰਾ ਪਿਤਾ ਹੈ, ਤੂੰ ਮੇਰਾ ਰਿਸ਼ਤੇਦਾਰ ਹੈ, ਤੂੰ ਹੀ ਮੇਰਾ ਮਿੱਤਰ ਹੈ। ਹੇ ਮੇਰੇ ਸਤਿਗੁਰਾ, ਹੇ ਮੇਰੇ ਹਰੀ, ਜਿਹੜੀ ਮੇਰੀ ਹਾਲਤ ਹੁੰਦੀ ਸੀ ਉਹ ਹਾਲਤ ਤੂੰ ਆਪ ਹੀ ਜਾਣਦਾ ਹੈ। ਮੈਂ ਰੁਲਦਾ ਫਿਰਦਾ ਸਾਂ, ਕੋਈ ਮੇਰੀ ਬਾਤ ਨਹੀਂ ਸੀ ਪੁੱਛਦਾ। ਤੂੰ ਮੈਨੂੰ ਕੀੜੇ ਨੂੰ ਗੁਰੂ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਲਿਆ ਕੇ ਵਡਿਆਈ ਬਖਸ਼ੀ ਸੀ। ਦਾਸ ਨਾਨਕ ਦਾ ਗੁਰੂ ਧਨ ਹੈ, ਜਿਸ ਗੁਰੂ ਨੂੰ ਮਿਲ ਕੇ ਮੇਰੇ ਸਾਰੇ ਸੋਗ ਅਤੇ ਕਲੇਸ਼ ਮੁੱਕ ਗਏ ਹਨ। ਅਪਰਾਧੀ ਮਤਹੀਨ ਨਿਰਗੁਣ ਅਨਾਥ ਨੀਚ, ਸੱਠ ਕਠੋਰ ਕੁਲਹੀਨ ਵਿਆਪਤ ਮੋਹ ਕੀਚ, ਮਲ ਭਰਮ ਕਰਮ ਅਹੰ ਮਮਤਾ, ਮਰਨ ਚੀਤ ਨ ਆਵੈ, ਬਨਤਾ ਬਨੋਦ ਆਨੰਦ ਮਾਇਆ, ਅਗਿਆਨਤਾ ਲਪਟਾਵੈ, ਖਿਸੈ ਜੋਬਨ ਬਧੈ ਜਰੂਆ, ਦਿਨ ਨਿਹਾਰੇ ਸੰਗ ਮੀਚ, ਬਨਵੰਤ ਨਾਨਕ ਆਸ ਤੇਰੀ, ਸ਼ਰਨ ਸਾਧੂ ਰਾਖ ਨੀਚ। ਪੰਨਾ 458। ਕੰਚਨ ਨਾਰੀ ਮੈਂ ਜਿਉ ਲੁਭਤ ਹੈ, ਮੋਹ ਮੀਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ, ਮਨ ਅਨ ਰਸ ਲਾਇਆ, ਹਰ ਪ੍ਰਭ ਚੇਤਨ ਆਵਈ, ਕਿਉ ਛੂਟਾਂ ਮੇਰੇ ਹਰ ਰਾਇਆ। ਮੇਰੇ ਰਾਮ, ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਿਆਲ, ਕਰ ਕਿਰਪਾ ਬਖਸ਼ ਔਗਣ ਸਭ ਮੇਰੇ ਰਹਾਓ। ਕਿਛ ਰੂਪ ਨਹੀਂ, ਕਿਛ ਜ਼ਾਤ ਨਹੀਂ, ਕਿਛ ਢੰਗ ਨ ਮੇਰਾ, ਕਿਆ ਮੂੰਹ ਲੈ ਬੋਲੇ ਗੁਣ ਵਿਹੂਨ, ਨਾਮ ਜਪਿਆ ਨਾ ਤੇਰਾ। ਹਮ ਪਾਪੀ ਸੰਗ ਗੁਰ ਉਬਰੇ, ਪੁਨ ਸਤਿਗੁਰ ਕੇਰਾ, ਸਭ ਜੀਉ ਪਿੰਡ ਮੁਖ ਨੱਕ ਦੀਆ, ਵਰਤਨ ਕੋ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ, ਰਸ ਅੰਨ ਭੋਗਾਣੀ, ਜਿਨ ਦੀਏ ਸੋ ਚਿਤ ਨ ਆਵਈ, ਪਸ਼ੂ ਹਉ ਕਰ ਜਾਣੀ, ਸਭ ਕੀਤਾ ਤੇਰਾ ਵਰਤਦਾ, ਤੂੰ ਅੰਤਰ ਜਾਮੀ। ਹਮ ਜੰਤ ਵਿਚਾਰੇ ਕਿਆ ਕਰੇ, ਸਭ ਖੇਲ ਤੁਮ ਸੁਆਮੀ, ਜਨ ਨਾਨਕ ਹਾਟ ਵਿਹਾਜਿਆ, ਹਰ ਗੁਲ ਮੁ ਗੁਲਾਮੀ। ਪੰਨਾ 167। ਅਰਥ, ਹੈ ਮੇਰੇ ਰਾਮ, ਮੇਰੇ ਇਹ ਨੀਚ ਕਰਮ ਹਨ, ਪਰ ਤੂੰ ਗੁਣਾਂ ਦਾ ਮਾਲਕ ਤੇ ਦਇਆ ਦਾ ਘਰ ਹੈ। ਮਿਹਰ ਕਰਕੇ ਮੇਰੇ ਸਾਰੇ ਔਗਣ ਬਖਸ਼ ਰਹਾਓ। ਮੇਰੀ ਜਿੰਦ ਸੋਨੇ ਇਸਤਰੀ ਦੇ ਮੋਹ ਵਿੱਚ ਫਸੀ ਹੋਈ ਹੈ। ਮਾਇਆ ਦਾ ਮੋਹ ਮੈਨੂੰ ਮਿੱਠਾ ਲੱਗ ਰਿਹਾ ਹੈ। ਘਰ ਪੱਕੇ ਮਹੱਲ ਵੇਖ ਵੇਖ ਕੇ ਮੈਨੂੰ ਚਾਉ ਚੜ੍ਹਿਆ ਹੈ। ਮੇਰਾ ਮਨ ਹੋਰ ਪਦਾਰਥਾਂ ਦੇ ਰਸ ਵਿੱਚ ਲੱਗਾ ਹੈ। ਹੇ ਮੇਰੇ ਹਰੀ, ਤੂੰ ਕਦੇ ਮੇਰੇ ਚਿੱਤ ਵਿੱਚ ਨਹੀਂ ਆਉਂਦਾ। ਮੈਂ ਇਸ ਮੋਹ ਵਿੱਚੋਂ ਕਿਵੇਂ ਨਿਕਲਾਂ? ਨਾ ਮੇਰਾ ਸੁੰਦਰ ਰੂਪ ਹੈ, ਨਾ ਮੇਰੀ ਉੱਚੀ ਜ਼ਾਤ ਹੈ, ਨਾ ਹੀ ਮੇਰੇ ਵਿੱਚ ਕੋਈ ਸੁਚੱਜ ਹੈ। ਹੇ ਪ੍ਰਭੂ, ਮੈਂ ਗੁਣਾਂ ਤੋਂ ਸਖਣਾ ਹਾਂ। ਮੈਂ ਤੇਰਾ ਨਾਮ ਨਹੀਂ ਜਪਿਆ। ਮੈਂ ਕਿਹੜਾ ਮੂੰਹ ਲੈ ਕੇ ਤੇਰੇ ਸਾਹਮਣੇ ਗੱਲ ਕਰਨ ਜੋਗਾ ਹਾਂ। ਇਹ ਸਤਿਗੁਰ ਦੀ ਮਿਹਰ ਹੋਈ ਹੈ ਕਿ ਮੈਂ ਪਾਪੀ ਗੁਰੂ ਦੀ ਸੰਗਤ ਵਿੱਚ ਰਹਿ ਕੇ ਪਾਪਾਂ ਤੋਂ ਬਚ ਗਿਆ ਹਾਂ। ਇਹ ਜਿੰਦ, ਸਰੀਰ, ਨੱਕ, ਮੂੰਹ ਆਦਿਕ ਸਾਰਾ ਕੁਝ ਪਰਮਾਤਮਾ ਨੇ ਮੈਨੂੰ ਦਿੱਤਾ ਹੈ। ਪਾਣੀ, ਹਵਾ, ਅੱਗ ਆਦਿਕ ਮੈਨੂੰ ਉਸ ਨੇ ਵਰਤਣ ਲਈ ਦਿੱਤੇ ਹਨ। ਉਸ ਨੇ ਮੈਨੂੰ ਅੰਨ ਖਾਣ ਲਈ ਦਿੱਤਾ ਹੈ। ਹੋਰ ਅਨੇਕ ਸੁਆਦਲੇ ਪਦਾਰਥ ਭੋਜਨ ਭੋਗਣ ਨੂੰ ਦਿੱਤੇ ਹਨ। ਪਰ ਜਿਸ ਪ੍ਰਭੂ ਨੇ ਇਹ ਸਾਰੇ ਪਦਾਰਥ ਦਿੱਤੇ ਹਨ, ਉਹ ਮੈਨੂੰ ਕਦੇ ਚੇਤੇ ਨਹੀਂ ਆਇਆ। ਮੈਂ ਮੂਰਖ ਪਸ਼ੂ ਆਪਣੇ ਆਪ ਨੂੰ ਵੱਡਾ ਕਰਕੇ ਜਾਣਦਾ ਹਾਂ। ਅਸੀਂ ਵਿਚਾਰੇ ਜੰਤ ਕੀ ਕਰਨ ਜੋਗੇ ਹਾਂ? ਇਹ ਸਾਰਾ ਕੁਝ ਤੇਰਾ ਹੀ ਰਚਿਆ ਖੇਲ ਹੈ। ਅਸੀਂ ਤੇਰੇ ਹੱਟ ਤੇ ਵਿਕੇ ਗੁਲਾਮਾਂ ਦੇ ਗੁਲਾਮ ਹਾਂ। ਗੁਰਬਾਣੀ ਦੇ ਅਖਰੀ ਅਰਥ ਕਰਕੇ ਗੁਰਸਿੱਖਾਂ ਦੇ ਮਨ ਵਿੱਚ ਭੁਲੇਖੇ ਪਾਉਣ ਦਾ ਕੋਝਾ ਕੰਮ ਕਰਨ ਵਾਲੇ ਸੱਜਣ ਸਤਿਗੁਰਾਂ ਦੇ ਇਹਨਾਂ ਸ਼ਬਦਾਂ ਤੋਂ ਕੀ ਇਹ ਸਿੱਟਾ ਕੱਢ ਲੈਣਗੇ
ਕਿ ਸ਼ਬਦਾਂ ਵਿੱਚ ਵਰਣਨ ਸਾਰੇ ਔਗਣ ਵਾਕਿਆ ਹੀ ਸਤਿਗੁਰਾਂ ਵਿੱਚ ਹੈਗੇ ਸਨ। ਮਨੁੱਖ ਨੂੰ ਉਸ ਦੇ ਅੰਦਰ ਦੇ ਵਿਕਾਰਾਂ ਦੀ ਸੋਝੀ ਕਰਾ ਕੇ ਉਸ ਨੂੰ ਗੰਦ ਦੇ ਚੜੇ ਵਿੱਚੋਂ ਬਾਹਰ ਕੱਢਣ ਦਾ ਨਿਆਰਾ ਯਤਨ ਹੈ। ਜਿਵੇਂ ਜਪਜੀ ਸਾਹਿਬ ਦੀਆਂ 4:16 ਤੋਂ 19 ਪੌੜੀਆਂ ਵਿੱਚ ਪ੍ਰਭੂ ਦੀ ਸਿਰਜਣਾ ਦੀ ਬੇਅੰਤਤਾਈ ਦਾ ਜ਼ਿਕਰ ਕਰਦਿਆਂ ਜਿਸ ਪੌੜੀ 18ਵੀਂ ਵਿੱਚ ਮੂਰਖਾਂ ਅਤੇ ਅਗਿਆਨੀਆਂ ਅਥਵਾ ਨੀਵੇਂ ਆਚਰਣ ਵਾਲੇ ਮਨੁੱਖਾਂ ਦਾ ਜ਼ਿਕਰ ਕੀਤਾ ਹੈ, ਉਸ ਪੌੜੀ ਦੀ ਅੰਤਲੀ ਤੁਕ ਵਿੱਚ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਲਿਖਿਆ ਹੈ। ਬਾਕੀ ਜਿਨ੍ਹਾਂ 3 ਪੌੜੀਆਂ ਵਿੱਚ ਪੰਚਾਂ, ਜਪੀਆਂ, ਤਪੀਆਂ ਆਦਿ ਅਥਵਾ ਸ੍ਰਿਸ਼ਟੀ ਦੇ ਹੋਰ ਪਸਾਰੇ ਅਤੇ ਪ੍ਰਭੂ ਦੀਆਂ ਵਡਿਆਈਆਂ ਦਾ ਗਿਆਨ ਹੈ, ਉਹਨਾਂ ਦੀ ਅੰਤਲੀ ਤੁਕ ਵਿੱਚ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਲਿਖਿਆ ਹੈ। ਸੱਜਣ ਠੱਗ, ਬੰਦੇ ਖਾਣੇ ਕੌਡੇ ਅਤੇ ਹੋਰ ਬੇਅੰਤ ਆਤਮਕ ਰੋਗੀਆਂ ਦੇ ਘਰਾਂ ਵਿੱਚ ਬਿਨਾਂ ਬੁਲਾਇਆਂ ਜਾ ਦਰਸ਼ਨ ਦੇਣ ਵਾਲੇ ਅਸਾਧ ਰੋਗਾਂ ਤੋਂ ਪੀੜਤ ਰੋਗੀਆਂ ਦਾ ਰੋਗ ਕੱਟਣ ਆਏ ਨਰਾਲੇ ਦੈਵੀ ਵੈਦ ਜੀ ਆਪ ਵੀ ਉਹਨਾਂ ਰੋਗੀਆਂ ਦੇ ਵਿਚਕਾਰ ਜਾ ਖਲੋਂਦੇ ਰਹੇ ਸਨ। ਦੁਖੀਆਂ ਤੇ ਅਪਾਰ ਮਿਹਰਾਂ ਕਰਨ ਵਾਲੇ ਮਨੁੱਖਤਾ ਦੇ ਸੱਚੇ ਹਮਦਰਦ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਨੂੰ ਸਮਝ ਕੇ ਆਪਣੀ ਜੀਵਨ ਜੁਗਤ ਸਵਾਰ ਲੈਣ ਦਾ ਨਾਂ ਹੀ ਗੁਰਸਿੱਖੀ ਹੈ। ਜਾਣ ਬੁੱਝ ਕੇ ਕਿਸੇ ਕਰਮਕਾਂਡੀ ਮਰਿਆਦਾ ਨੂੰ ਮਹੱਤਤਾ ਦੇਣ ਵਾਲੇ ਸਾਰੇ ਕਥਿਤ ਸਿੱਖ ਆਪਣੇ ਆਪ ਨੂੰ ਬਿਪਰਾਂ ਦੇ ਚੇਲੇ ਸਿੱਧ ਕਰ ਰਹੇ ਹੁੰਦੇ ਹਨ। ਇੱਕ ਹੋਰ ਭੁਲੇਖਾ, ਕਿਸੇ ਕਰਮ ਨੂੰ ਪਾਪ ਕਰਮ ਜਾਂ ਪੁੰਨ ਕਰਮ ਨਾ ਟਿਕਣ ਦਾ ਨਿਯਮ ਜੇ ਕਿਤੇ ਟੁੱਟਾ ਹੋਇਆ ਅਨੁਭਵ ਹੋਵੇ ਤਾਂ ਉਸ ਸ਼ਬਦ ਨੂੰ ਹੋਰ ਚੰਗੀ ਤਰ੍ਹਾਂ ਨਾਲ ਵਿਚਾਰਨ ਦੀ ਲੋੜ ਹੁੰਦੀ। ਝਟਪਟ ਕੋਈ ਗੁਰਮਤਿ ਵਿਰੋਧੀ ਸਿੱਟਾ ਨਹੀਂ ਕੱਢ ਲੈਣਾ ਚਾਹੀਦਾ। ਗੁਰਬਾਣੀ ਵਿੱਚ ਇੱਕ ਸ਼ਬਦ ਅਜਿਹਾ ਵੀ ਹੈ ਜਿਸ ਨੂੰ ਪੜ੍ਹਦਿਆਂ ਅਨੁਭਵ ਹੁੰਦਾ ਹੈ ਕਿ ਆਪਣੇ ਪਿਤਾ ਜਿਸ ਤੋਂ ਪੈਦਾ ਹੋ ਕੇ ਮਨੁੱਖ ਵੱਡਾ ਹੋਇਆ ਹੁੰਦਾ ਹੈ, ਉਸ ਨਾਲ ਕਿਸੇ ਪ੍ਰਕਾਰ ਦਾ ਝਗੜਾ ਕਰਨਾ ਗੁਰਦੇਵ ਜੀ ਨੇ ਪਾਪ ਲਿਖਿਆ। ਪਰ ਸਾਰਾ ਸ਼ਬਦ ਵਿਚਾਰਿਆਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਮੰਦ ਕਰਮ ਦੀ ਨਾਸਵੰਤ ਮਾਇਆ ਦੇ ਹੰਕਾਰ ਵਿੱਚ ਪਰਮੇਸ਼ਰ ਨੂੰ ਭੁੱਲਿਆ ਪਾਪੀ ਮਨੁੱਖ ਹੀ ਕਰਦਾ ਹੈ। ਅਰਥਾਤ ਪਾਪਾਂ ਦਾ ਮੂਲ ਅਥਵਾ ਗੁਰਮਤਿ ਅਨੁਸਾਰ ਘੋਰ ਪਾਪ ਕਰਮ ਕੇਵਲ ਪਰਮਾਤਮਾ ਤੋਂ ਬੇਮੁਕਤਾ ਹੀ ਹੈ। ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿਨ ਸਿਉ ਝਗਰਤ ਪਾਪ ਰਹਾ। ਜਿਸ ਧਨ ਕਾ ਤੁਮ ਗਰਭ ਕਰ ਦੋ, ਸੋ ਧਨ ਕਿਸੇ ਨਾ ਆਪ, ਖਿਨ ਮੈਂ ਛੋੜ ਜਾਏ ਬਿਖਿਆ ਰਸ, ਤਉ ਲਾਗੇ ਪਛਤਾਪ। ਜੋ ਤੁਮਰੇ ਪ੍ਰਭ ਹੋਤੇ ਸੁਆਮੀ, ਹਰ ਤਿਨ ਕੇ ਜਾਪੋ ਜਾਪ, ਉਪਦੇਸ਼ ਕਰਤ ਨਾਨਕ ਜਨ ਤੁਮ ਕੋ, ਜੋ ਸੁਨੋ ਤੋ ਜਾਏ ਸੰਤਾਪ। ਪੰਨਾ 1200। ਅਰਥ, हे ਪੁੱਤਰ, ਦੁਨੀਆ ਦੇ ਧਨ ਦੀ ਖਾਤਰ ਪਿਤਾ ਨਾਲ ਕਿਉਂ ਝਗੜਦੇ ਹੋ? हे ਪੁੱਤਰ, ਜਿਨ੍ਹਾਂ ਮਾਪਿਆਂ ਨੇ ਜੰਮਿਆ ਤੇ ਪਾਲਿਆ ਹੁੰਦਾ ਹੈ, ਉਹਨਾਂ ਨਾਲ ਧਨ ਦੀ ਖਾਤਰ ਝਗੜਾ ਕਰਨਾ ਮਾੜਾ ਕੰਮ ਹੈ। ਰਹਾਓ, हे ਪੁੱਤਰ, ਜਿਸ ਧਨ ਦਾ ਤੁਸੀਂ ਮਾਣ ਕਰਦੇ ਹੋ, ਉਹ ਧਨ ਕਦੇ ਵੀ ਕਿਸੇ ਦਾ ਆਪਣਾ ਨਹੀਂ ਬਣਿਆ। ਹਰੇਕ ਮਨੁੱਖ ਮਾਇਆ ਦਾ ਚਸਕਾ ਅੰਤ ਵੇਲੇ ਇੱਕ ਖਿਣ ਵਿੱਚ ਛੱਡ ਜਾਂਦਾ ਹੈ। ਜਦੋਂ ਛੱਡਦਾ ਹੈ ਤਾਂ ਉਸ ਨੂੰ ਛੱਡਣ ਦਾ ਹੌਕਾ ਲੱਗਦਾ ਹੈ। हे ਪੁੱਤਰ, ਜਿਹੜੇ ਪ੍ਰਭੂ ਜੀ ਤੁਹਾਡੇ ਸਾਰਿਆਂ ਦੇ ਮਾਲਕ ਹਨ, ਉਹਨਾਂ ਦੇ ਨਾਮ ਦਾ ਜਾਪ ਜਪਿਆ ਕਰੋ। हे ਨਾਨਕ, ਆਖੇ ਪੁੱਤਰ, ਪ੍ਰਭੂ ਦੇ ਦਾਸ ਜਿਹੜਾ ਉਪਦੇਸ਼ ਤੁਹਾਨੂੰ ਕਰਦੇ ਹਨ, ਜੇ ਤੁਸੀਂ ਉਹ ਉਪਦੇਸ਼ ਧਿਆਨ ਨਾਲ ਸੁਣੋ ਤਾਂ ਤੁਹਾਡੇ ਅੰਦਰੋਂ ਮਾਨਸਿਕ ਦੁੱਖ ਕਲੇਸ਼ ਦੂਰ ਹੋ ਜਾਂਦੇ ਹਨ। ਮਾਇਆ ਦੀ ਖਾਤਰ ਆਪਣੇ ਪਿਤਾ ਨਾਲ ਝਗੜਨਾ ਪਾਪ ਲਿਖਿਆ ਹੈ। ਆਖਰੀ ਤੁਕ ਵਿੱਚ ਪ੍ਰਭੂ ਤੋਂ ਬੇਮੁਖਤਾ ਹੀ ਪਿਤਾ ਦਾ ਦਿਲ ਦਿਖਾਉਣ ਦਾ ਕਾਰਨ ਬਣੀ ਹੋਈ ਸਾਫ਼ ਨਜ਼ਰ ਆ ਰਹੀ ਹੈ। ਗੁਰਦੇਵ ਜੀ ਦਾ ਫਰਮਾਨ ਹੈ ਕਿ ਸਾਰੇ ਦੁੱਖਾਂ ਸੰਤਾਪਾਂ ਦਾ ਇਲਾਜ ਪ੍ਰਭੂ ਦਾ ਸਿਮਰਨ ਹੀ ਹੈ। ਗੁਰਦੇਵ ਜੀ ਦੇ ਨਿਰਾਲੇ ਅਤੇ ਪੱਕੇ ਸਿਧਾਂਤ ਦੀ ਖੰਡਨਾ ਕਰਨੀ ਪੰਥਕ ਬਦਕਿਸਮਤੀ ਸਮਝੀ ਜਾਣੀ ਚਾਹੀਦੀ ਹੈ। ਅਤੇ ਫਿਰ ਇਹ ਗੱਲ ਹੋਰ ਵੀ ਦੁਖਦਾਈ ਬਣ ਜਾਂਦੀ ਹੈ ਜਦ ਸੰਤ ਬਾਣਿਆਂ ਵਾਲੇ ਡੇਰੇਦਾਰਾਂ ਤੋਂ ਛੁੱਟ ਗੁਰਮਤਿ ਦੀ ਘੋਰ ਖੰਡਨਾ ਅਜਿਹੇ ਪ੍ਰਚਾਰਕ ਵੀ ਕਰਦੇ ਹਨ, ਜਿਨ੍ਹਾਂ ਨੂੰ ਮਹਾਨ ਵਿਦਵਾਨ, ਗੁਰਬਾਣੀ ਦੇ ਵੱਡੇ ਖੋਜੀ ਅਤੇ ਗਿਆਤਾ ਮੰਨਿਆ ਜਾਂਦਾ ਹੈ। ਜਿਹੜੇ ਲੋਕ ਸਿੱਖ ਇਤਿਹਾਸ ਅਥਵਾ ਗੁਰੂ ਇਤਿਹਾਸ ਦੀ ਡੂੰਘੀ ਜਾਣਕਾਰੀ ਵਾਲੇ ਹਨ, ਪੰਥਕ ਮਰਜ਼ਾਦਾ ਦੀ ਪਾਵਨਤਾ ਰੱਖਣ ਦੇ ਢੰਡੋਰਚੀ ਵੀ ਸਮਝੇ ਜਾ ਰਹੇ ਹੋਣ, ਹਿੰਦੂਆਂ ਦੇ ਧਰਮ ਗ੍ਰੰਥਾਂ ਦੇ ਪੂਰੇ ਗਿਆਤਾ ਵੀ ਹਨ,
ਜਿਹੜੇ ਅਰਬੀ ਫਾਰਸੀ ਦੇ ਆਲਮ ਫਾਜ਼ਲ ਮੁਸਲਮਾਨ ਧਰਮ ਦੀ ਸਿੱਖਿਆ ਦੇ ਗਿਆਤਾ ਵੀ ਹਨ, ਜਿਹੜੇ ਵੇਖਣ ਅਤੇ ਸੁਣਨ ਵਿੱਚ ਗੁਰਬਾਣੀ ਦੇ ਬੜੇ ਪੱਕੇ ਨੇਤਨੇਮੀ ਅਤੇ ਜਪੀ ਤਪੀ ਸੱਚੇ ਗੁਰਸਿੱਖ ਹਨ। ਲਗਭਗ ਸਾਰਾ ਪੰਥ ਜਿਨ੍ਹਾਂ ਦਾ ਦਿਲੋਂ ਮਾਣ ਸਤਿਕਾਰ ਕਰਦਾ ਹੋਵੇ, ਪਰ ਜੇ ਅਜਿਹਾ ਸਰਬ ਸਤਿਕਾਰਤ ਵਿਦਵਾਨ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਵਿਗਾੜ ਕੇ ਸੰਗਤਾਂ ਵਿੱਚ ਵਿਪਰਨ ਕੀ ਰੀਤ ਦੇ ਭਰਮ ਪਾਉਣ ਦਾ ਇੱਕ ਟੀਕਾ ਵੀ ਲਾਈ ਜਾ ਰਿਹਾ ਹੈ, ਤਾਂ ਅਜਿਹਾ ਕਥਿਤ ਮਹਾਂਪੁਰਖ ਅਸਲੀ ਉਹੀ ਬ੍ਰਾਹਮਣ ਹੈ ਜਿਸ ਨੇ ਸਿੱਖ ਮਹਾਂਪੁਰਖ ਦਾ ਭੇਖ ਧਾਰ ਕੇ ਬੁੱਢੇ ਦਲ ਵਿੱਚ ਅਖੰਡ ਪਾਠ ਦੀ ਰੀਤ ਚਾਲੂ ਕੀਤੀ ਸੀ। ਕਿੱਡੀ ਮੰਦਭਾਗੀ ਘੜੀ ਬਣੀ ਹੁੰਦੀ ਹੈ ਕਿ ਜਦ ਅਜਿਹਾ ਵਿਦਵਾਨ ਪ੍ਰਚਾਰਕ ਤਾਂ ਗੁਰਮਤਿ ਗਿਆਨ ਦੇ ਪਰਦੇ ਓਹਲੇ ਸੰਗਤਾਂ ਵਿੱਚ ਵਿਪਰਨ ਕੀ ਰੀਤ ਦਾ ਦੁਖਦਾਈ ਭਰਮ ਪਾ ਰਿਹਾ ਹੁੰਦਾ ਹੈ, ਪਰ ਸੰਗਤਾਂ ਉਸ ਦੇ ਅੱਗੇ ਡਾਲਰਾਂ ਦੇ ਢੇਰ ਲਾ ਰਹੀਆਂ ਹੁੰਦੀਆਂ। ਗੁਰੂ ਦਰਬਾਰ ਵਿੱਚ ਹੀ ਗੁਰੂ ਦਾ ਸਿੱਖ ਦੋਹਾਂ ਪਾਸਿਆਂ ਤੋਂ ਲੁੱਟਿਆ ਜਾ ਰਿਹਾ ਹੁੰਦਾ ਹੈ। ਸਾਰੀ ਸੰਗਤ ਦੇ ਮਨ 'ਤੇ ਉਸ ਪ੍ਰਚਾਰਕ ਦਾ ਅਜਿਹਾ ਪ੍ਰਭਾਵ ਪਿਆ ਹੁੰਦਾ ਹੈ ਕਿ ਤਕਰੀਬਨ ਸਾਰੇ ਸਰੋਤੇ ਉਸ ਦੀ ਦੱਸੀ ਅਸਲ ਵਿੱਚ ਬ੍ਰਾਹਮਣੀ ਰੀਤ ਨੂੰ ਗੁਰਮਤਿ ਸਮਝਣ ਦਾ ਪੱਕਾ ਭਰੋਸਾ ਬਣਾ ਲੈਂਦੇ ਹਨ। ਅਜਿਹੇ ਭਾਸ਼ਣਾਂ ਦੀਆਂ ਟੇਪਾਂ ਘਰ ਘਰ ਵਿੱਚ ਸੁਣੀਆਂ ਜਾ ਰਹੀਆਂ ਹਨ, ਜੋ ਕਿ ਖਾਲਸ ਵਿਪਰਨ ਕੀ ਰੀਤ ਸਰੋਤਿਆਂ ਲਈ ਪੂਰਨ ਗੁਰਮਤਿ ਬਣਦੀ ਜਾ ਰਹੀ ਹੁੰਦੀ ਹੈ। ਇੱਕ ਅਜਿਹੇ ਪ੍ਰਚਾਰਕ ਜੀ ਦੇ ਭਾਸ਼ਣ ਦੀ ਟੇਪ ਬਾਜ਼ਾਰੋਂ ਮਿਲਦੀ ਹੈ, ਜਿਸ ਵਿੱਚ ਵਿਦਵਾਨ ਪ੍ਰਚਾਰਕ ਜੀ ਨੇ ਗੁਰੂ ਅਮਰਦਾਸ ਜੀ ਦੇ ਸ਼ਲੋਕ ਦੀ ਕੇਵਲ ਪਹਿਲੀ ਤੁਕ ਲੈ ਕੇ ਗਊ, ਬ੍ਰਾਹਮਣ ਅਥਵਾ ਕੰਚਕ ਨੂੰ ਮਾਰਨਾ ਗੁਰੂ ਅਮਰਦਾਸ ਜੀ ਦੇ ਹੁਕਮ ਅਨੁਸਾਰ ਵੱਡਾ ਪਾਪ ਫਰਮਾਨ ਕੀਤਾ ਹੋਇਆ ਹੈ। ਅਰਥਾਂ ਸਮੇਤ ਪੂਰਾ ਸ਼ਲੋਕ ਇਸ ਪ੍ਰਕਾਰ ਹੈ। ਬ੍ਰਾਹਮਣ ਕੈਲੀ ਘਾਤ ਕੰਚਕਾਂ ਅਣਚਾਰੀ ਕਾ ਧਾਨ, ਫਿਟਕ ਫਿਟਕਾ ਕੋੜ ਬਧੀਆਂ ਸਦਾ ਸਦਾ ਅਭਮਾਨ, ਪਾਹੇ ਏਤੇ ਜਾਹੀ ਵਿਸਰ ਨਾਨਕਾ ਇੱਕ ਨਾਮ, ਸਭ ਬੁੱਧੀ ਜਾਲੀਐ ਇੱਕ ਰਹਿ ਤਤ ਗਿਆਨ। ਪੰਨਾ 1413। ਅਰਥ ਹੈ ਭਾਈ, ਬ੍ਰਾਹਮਣ ਦੀ ਹੱਤਿਆ, ਗਾਂ ਦੀ ਹੱਤਿਆ, ਕੰਨਿਆ ਦੀ ਹੱਤਿਆ, ਕੁਕਰਮੀ ਦਾ ਪੈਸਾ, ਜਗਤ ਵੱਲੋਂ ਫਟਕਾਰਾਂ ਹੀ ਫਟਕਾਰਾਂ, ਬਦੀਆਂ ਦਾ ਕੋੜ, ਹਰ ਵੇਲੇ ਦੀ ਆਕੜ, ਇਹ ਸਾਰੇ ਹੀ ਐਬ ਇਹ ਨਾਨਕ ਉਹ ਮਨੁੱਖ ਖੱਟਦੇ ਰਹਿੰਦੇ ਹਨ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਨਾਮ ਭੁੱਲਿਆ ਰਹਿੰਦਾ ਹੈ। ਹੋਰ ਸਾਰੀਆਂ ਹੀ ਸਿਆਣਪਾਂ ਵਿਅਰਥ ਜਾਂਦੀਆਂ ਹਨ, ਸਿਰਫ ਪ੍ਰਭੂ ਦਾ ਨਾਮ ਹੀ ਕਾਇਮ ਰਹਿੰਦਾ ਹੈ। ਨਾਮ ਹੀ ਜੀਵਨ ਦਾ ਨਿਚੋੜ ਹੈ, ਇਹ ਨਾਮ ਹੀ ਹੈ ਅਸਲ ਗਿਆਨ। ਹੈਰਾਨੀ ਸੀ ਕਿ ਸਾਰੀ ਲੋਕਾਈ ਦੇ ਸਾਂਝੇ ਅਤੇ ਸਦਾ ਹੀ ਸਦੀਵੀ ਸੱਚ ਵਾਲੀ ਬਾਣੀ ਬੋਲਣ ਵਾਲੇ ਤੀਜੇ ਸਤਿਗੁਰੂ ਨਾਨਕ ਜੀ ਬ੍ਰਾਹਮਣ, ਗਊ ਅਥਵਾ ਕਿਸੇ ਕੁੜੀ ਨੂੰ ਮਾਰਨਾ ਪਾਪ ਕਹਿਣ ਵਾਲੀ ਬੇਦਲੀਲੀ ਅਤੇ ਕੱਚੀ ਗੱਲ ਕਿਵੇਂ ਕਹਿ ਸਕਦੇ ਸਨ ਕਿ ਕਿਸੇ ਬਾਲਕ, ਬਿਰਧ ਅਥਵਾ ਇਸਤਰੀ ਦੇ ਕਾਤਲ ਕਿਸੇ ਬ੍ਰਾਹਮਣ ਨੂੰ ਜਾਂ ਬੱਚੇ ਖਾਣੀ ਕਿਸੇ ਕਾਤਲ ਲੜਕੀ ਨੂੰ। ਅਖਬਾਰਾਂ ਵਿੱਚ ਇਹ ਖਬਰ ਵੀ ਛਪੀ ਸੀ ਕਿ ਵਲੈਤਾਂ ਦੇ ਹਸਪਤਾਲਾਂ ਵਿੱਚੋਂ ਬੱਚੇ ਚੋਰੀ ਕਰਕੇ ਖਾਣ ਵਾਲੀ ਕੰਵਾਰੀ ਨਰਸ ਫੜੀ ਗਈ ਸੀ, ਜਿਸ ਨੂੰ ਜੱਜ ਨੇ ਫਾਂਸੀ ਦੀ ਸਜ਼ਾ ਦਿੱਤੀ ਸੀ। ਫਾਂਸੀ ਦਿੱਤੀ ਜਾਣੀ ਪਾਪ ਹੈ। ਕਿਸੇ ਅਜਿਹੀ ਗਊ ਨੂੰ ਜਿਹੜੀ ਕਿਸੇ ਕਾਰਨ ਹਲਕਾਈ ਹੋ ਕੇ ਮਨੁੱਖਾਂ ਨੂੰ ਮਾਰ ਰਹੀ ਹੋਵੇ ਅਥਵਾ ਤਿੱਖੇ ਸਿੰਗਾਂ ਵਾਲੀ ਮਾਰਖੰਡੀ ਗਊ ਕਿਸੇ ਮਨੁੱਖ ਦੀ ਜਾਨ ਨੂੰ ਗੰਭੀਰ ਖਤਰਾ ਬਣ ਗਿਆ ਹੋਵੇ, ਤਾਂ ਉਸ ਕੋਲੋਂ ਪਿੱਛਾ ਕਿਵੇਂ ਛਡਾਉਣਾ ਹੋਇਆ ਕਿ ਅਜਿਹੀ ਗਊ ਦੇ ਅੱਗੇ ਡੰਡੌਤਾਂ ਕਰਨੀਆਂ ਚਾਹੀਦੀਆਂ ਹਨ। ਇਸ ਘੋਰ ਸ਼ੰਕੇ ਨੂੰ ਦੂਰ ਕਰਨ ਵਾਸਤੇ ਇਹ ਪਤਾ ਕਰਨਾ ਜ਼ਰੂਰੀ ਸੀ ਕਿ ਜਿਨ੍ਹਾਂ ਕਥਿਤ ਮਾੜਿਆਂ ਕਰਮਾਂ ਦਾ ਜ਼ਿਕਰ ਕਰਕੇ ਗੁਰਦੇਵ ਜੀ ਨੇ ਪ੍ਰਭੂ ਦੇ ਸਿਮਰਨ ਨੂੰ ਸਰਬ ਸ੍ਰੇਸ਼ਟ ਫਰਮਾਨ ਕੀਤਾ ਹੈ, ਕਿਤੇ ਇਹ ਸਾਰੇ ਕੁਕਰਮ ਬ੍ਰਾਹਮਣੀ ਗ੍ਰੰਥਾਂ ਵਾਲੇ ਹੀ ਤਾਂ ਨਹੀਂ। ਪੜਚੋਲ ਕਰਨ ਤੇ ਇੱਕ ਥਾਂ ਹੀ ਨਹੀਂ, ਬ੍ਰਾਹਮਣ ਦੇ ਕਈ ਗ੍ਰੰਥਾਂ ਵਿੱਚ ਇਹਨਾਂ ਸਾਰੇ ਕਰਮਾਂ ਨੂੰ ਉਗਰ ਪਾਪ ਲਿਖਿਆ ਮਿਲਿਆ। ਮਨੂ ਸਿਮਰਤੀ ਵਿੱਚ ਤਾਂ ਇੱਥੋਂ ਤੱਕ ਵੀ ਲਿਖਿਆ ਹੋਇਆ ਹੈ ਕਿ ਬ੍ਰਾਹਮਣ ਭਾਵੇਂ ਕਿੱਡਾ ਹੀ ਦੁਰਾਚਾਰੀ, ਪਾਪੀ ਅਤੇ ਮੂਰਖ ਹੋਵੇ, ਫਿਰ ਵੀ ਉਸ ਦੀ ਇੱਜ਼ਤ ਹੀ ਕਰਦੇ ਰਹਿਣਾ ਚਾਹੀਦਾ ਹੈ। ਰਾਮਾਇਣ, ਮਹਾਭਾਰਤ, ਭਾਗਵਤ ਪੁਰਾਣ, ਸ਼ਿਵ ਪੁਰਾਣ ਦੀਆਂ ਲਿਖਤਾਂ ਦੇ ਜ਼ਿਕਰ ਇਸ ਪੁਸਤਕ ਵਿੱਚ ਪਹਿਲਾਂ ਆ ਚੁੱਕੇ ਹਨ। ਗਰੁੜ ਪੁਰਾਣ ਦੇ ਚੌਥੇ ਅਧਿਆਇ ਵਿੱਚ ਇਸ ਪ੍ਰਕਾਰ ਲਿਖਿਆ ਹੈ, ਬ੍ਰਾਹਮਣ ਨੂੰ ਮਾਰਨ ਵਾਲਾ, ਸ਼ਰਾਬ ਪੀਣ ਵਾਲਾ, ਗਊ ਦੀ ਹੱਤਿਆ ਕਰਨ ਵਾਲਾ, ਬਾਲਕ ਨੂੰ ਮਾਰਨ ਵਾਲਾ, ਇਸਤਰੀ ਨੂੰ ਮਾਰਨ ਵਾਲਾ, ਹੋਰ ਕੁਕਰਮ ਕਰਨ ਵਾਲਿਆਂ ਦੀ ਲੰਬੀ ਸੂਚੀ ਦੇ ਕੇ ਲਿਖਿਆ ਹੈ
ਕਿ ਅਜਿਹੇ ਜੀਵ ਦਿਨ ਰਾਤੀ ਰੋਂਦੇ ਹੋਏ ਜਮ ਮਾਰਗ ਵੱਲ ਜਾਂਦੇ ਹਨ ਅਤੇ ਇਸੇ ਗ੍ਰੰਥ ਦੇ 5ਵੇਂ ਅਧਿਆਇ ਵਿੱਚ ਲਿਖਿਆ ਹੈ ਕਿ ਬ੍ਰਾਹਮਣ ਨੂੰ ਮਾਰਨ ਵਾਲਾ ਤਪਦਿਕ ਦਾ ਰੋਗੀ, ਗਊ ਦੀ ਹੱਤਿਆ ਕਰਨ ਵਾਲਾ ਕੁੱਬਾ, ਕੰਨਿਆ ਨੂੰ ਮਾਰਨ ਵਾਲਾ ਕੋਹੜੀ, ਇਹ ਤਿੰਨੇ ਹੀ ਚੰਡਾਲ ਦੀ ਜੂਨੇ ਪੈਂਦੇ ਹਨ। ਇਸ ਤੋਂ ਅੱਗੇ ਵੀ ਕਾਫੀ ਲੰਬੀ ਸੂਚੀ ਪਾਪੀਆਂ ਦੀ ਦੇ ਕੇ ਨਾਲ ਹੀ ਸਜ਼ਾ ਲਿਖੀ ਹੋਈ ਹੈ। ਇਸ ਵਿਚਾਰ ਤੋਂ ਸਿੱਧ ਹੋਇਆ ਕਿ ਜਿਨ੍ਹਾਂ ਕਰਮਾਂ ਨੂੰ ਬ੍ਰਾਹਮਣ ਨੇ ਧਰਮ ਗ੍ਰੰਥਾਂ ਵਿੱਚ ਬੜੇ ਘੋਰ ਪਾਪ ਲਿਖ ਕੇ ਲੋਕਾਂ ਨੂੰ ਸਖਤ ਭੈ ਭੀਤ ਕੀਤਾ ਹੋਇਆ ਸੀ, ਗੁਰਦੇਵ ਜੀ ਨੇ ਉਹਨਾਂ ਹੀ ਕੁਕਰਮਾਂ ਵੱਲ ਧਿਆਨ ਦਿਵਾ ਕੇ ਪ੍ਰਭੂ ਦੇ ਸਿਮਰਨ ਦਾ ਬੜਮੁੱਲਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਾਰੇ ਸ਼ਬਦ ਦਾ ਅਸਲ ਆਸ਼ਾ ਸਮਝਾਉਣ ਦੇ ਥਾਂ ਸਿਰਫ ਗਊ ਦੀ ਹੱਤਿਆ ਵਾਲੀ ਗੱਲ ਨਾਲ ਗੁਰਮਤਿ ਸਿਧਾਂਤ ਨੂੰ ਜੋੜਨਾ ਪੰਥ ਨਾਲ ਬੜਾ ਘਟੀਆ ਕਿਸਮ ਦਾ ਵਿਸ਼ਵਾਸਘਾਤ ਹੈ। ਗੁਰਮਤਿ ਨੇ ਕਿਸੇ ਵੀ ਕਰਮ ਨੂੰ ਚੰਗਾ ਜਾਂ ਮਾੜਾ ਨਹੀਂ ਕਿਹਾ। ਮੋਟਾ ਅਸੂਲ ਇਹੀ ਹੈ ਕਿ ਕਿਸੇ ਦਾ ਦਿਲ ਦੁਖੀ ਕਰਨਾ ਹੀ ਪਾਪ ਹੈ। ਪ੍ਰਭੂ ਤੋਂ ਬੇਮੁਖ ਹੋਣਾ ਹੀ ਗੁਰਮਤਿ ਨੇ ਪਾਪ ਮੰਨਿਆ ਹੈ। ਹਰ ਅੰਦਰ ਬਾਹਰ ਇੱਕ ਤੂੰ ਜਾਣੇ ਭੇਦ, ਜੋ ਕੀਚੈ ਸੋ ਹਰ ਜਾਣਦਾ, ਮੇਰੇ ਮਨ ਹਰ ਚੇਤ, ਸੋ ਡਰੇ ਜੇ ਪਾਪ ਕਮਾਵਦਾ, ਧਰਮੀ ਵਿਗ ਸੇਤ, ਤੂੰ ਸੱਚਾ ਆਪ ਨਿਆਉ ਸੱਚ, ਤਾਂ ਡਰੀਐ ਕੇਤ, ਜਿਨਾ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ। ਪੰਨਾ 84। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਚੌਥਾ, ਤੀਜੇ ਕਾਂਡ ਦਾ ਚੌਥਾ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।